ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਸਿਰਫ 2022 ਦੇ ਨਤੀਜਿਆਂ ਦੇ ਅੰਕੜੇ ਨਹੀਂ ਦੇਖਾਂਗੇ। ਸਾਡਾ ਮਕਸਦ ਹੈ ਬਾਗਾ ਪੁਰਾਣਾ ਦੇ ਲੋਕਾਂ ਦੇ ਫੈਸਲੇ ਨੂੰ ਡੂੰਘਾਈ ਨਾਲ ਸਮਝਣਾ। ਉਹਨਾਂ ਨੇ ਕੀ ਸੰਕੇਤ ਦਿੱਤੇ ਨੇ ਤੇ ਫਿਰ ਉਸ ਸਮਝ ਦੇ ਆਧਾਰ ਤੇ ਭਰੋਸਾ ਦੁਬਾਰਾ ਕਿਵੇਂ ਬਣਾਇਆ ਜਾ ਸਕਦਾ ਹੈ, ਇਸ ਦਾ ਇੱਕ ਰਸਤਾ ਲੱਭਣਾ। ਦੇਖੋ, ਗੱਲ ਅੰਕੜਿਆਂ ਤੋਂ ਸ਼ੁਰੂ ਹੁੰਦੀ ਹੈ, ਪਰ ਇਹ ਹਮੇਸ਼ਾ ਲੋਕਾਂ ਦੀ ਆਵਾਜ਼ ਤੇ ਹੀ ਆ ਕੇ ਮੁੱਕਦੀ ਹੈ। ਤਾਂ ਫਿਰ ਹਰ ਸਿਆਸੀ ਕਹਾਣੀ ਉਹ ਜ਼ਮੀਨ ਤੋਂ ਹੀ ਸ਼ੁਰੂ ਹੁੰਦੀ ਹੈ ਨਾ? ਤੇ ਆਪਣੀ ਕਹਾਣੀ ਦਾ ਕੇਂਦਰ ਹੈ ਮੋਗਾ ਜ਼ਿਲ੍ਹੇ ਦਾ ਬਾਗਾ ਪੁਰਾਣਾ, ਕਿਉਂਕਿ ਅਸਲ ਸਿਆਸਤ ਤਾਂ ਲੋਕਾਂ ਨਾਲ, ਉਹਨਾਂ ਦੇ ਖੇਤਾਂ ਨਾਲ ਤੇ ਉਹਨਾਂ ਦੀਆਂ ਰੋਜ਼ ਦੀਆਂ ਫਿਕਰਾਂ ਨਾਲ ਹੀ ਜੁੜੀ ਹੁੰਦੀ ਹੈ, ਅਤੇ ਅਸਲ ਫਤਵਾ ਉਹੀ ਹੁੰਦਾ ਹੈ ਜਿਹੜਾ ਇੱਥੋਂ ਦੇ ਲੋਕ ਸੁਣਾਉਂਦੇ ਨੇ। ਚਲੋ ਇੱਕ ਨਜ਼ਰ ਮਾਰਦੇ ਹਾਂ ਕਿ ਆਪਾਂ ਅੱਗੇ ਕਿਵੇਂ ਵਧਾਂਗੇ। ਪਹਿਲਾਂ ਗੱਲ ਕਰਾਂਗੇ ਜ਼ਮੀਨੀ ਹਕੀਕਤ ਦੀ, ਫਿਰ ਦੇਖਾਂਗੇ ਆંકੜੇ ਕੀ ਕਹਿੰਦੇ ਨੇ। ਉਸ ਤੋਂ ਬਾਅਦ ਇਸ ਸਿਆਸੀ ਬਦਲਾਅ ਦੇ ਕਾਰਨ ਕੀ ਸਨ, ਪੁਰਾਣੇ ਪੈਟਰਨ ਕੀ ਰਹੇ ਨੇ, ਤੇ ਫਿਰ ਭਰੋਸਾ ਜਿੱਤਣ ਦਾ ਇੱਕ ਚਾਰ-ਪੱਖੀ ਰਸਤਾ ਕੀ ਹੋ ਸਕਦਾ, ਤੇ ਅਖੀਰ ਵਿੱਚ ਕਿਵੇਂ ਇਹ ਸਾਰੇ ਆંકੜੇ ਲੋਕਾਂ ਦੇ ਮਾਣ-ਸਨਮਾਨ ਨਾਲ ਜੁੜਦੇ ਨੇ। ਤਾਂ ਫਿਰ ਪਹਿਲਾ ਕਦਮ ਜ਼ਮੀਨ ਦੀ ਆਵਾਜ਼ ਸੁਣਨਾ। ਕਿਸੇ ਵੀ ਫਤਵੇ ਨੂੰ ਸਮਝਣ ਦਾ ਸਭ ਤੋਂ ਪਹਿਲਾ ਅਸੂਲ ਇਹੀ ਹੈ ਕਿ ਪਹਿਲਾਂ ਲੋਕਾਂ ਨੂੰ ਸੁਣਿਆ ਜਾਵੇ। ਕੌਣ ਨੇ ਬਾਗਾ ਪੁਰਾਣਾ ਦੇ ਲੋਕ, ਉਹਨਾਂ ਦੀਆਂ ਅਸਲ ਸ਼ਿਕਾਇਤਾਂ, ਉਹਨਾਂ ਦੀਆਂ ਤਕਲੀਫਾਂ ਕੀ ਨੇ? ਸਾਰੀ ਕਹਾਣੀ ਦੀ ਜੜ ਇੱਥੇ ਹੀ ਹੈ। ਤਾਂ ਬਾਗਾ ਪੁਰਾਣਾ, ਜਿਵੇਂ ਕਿ ਆਪਾਂ ਜਾਣਦੇ ਹਾਂ, ਮੋਗਾ ਜ਼ਿਲ੍ਹੇ ਦਾ ਹਿੱਸਾ ਹੈ। ਇੱਥੋਂ ਦੀ ਸਿਆਸਤ ਨੂੰ ਸਮਝਣ ਲਈ ਇੱਥੋਂ ਦੇ ਸਮਾਜਿਕ ਢਾਂਚੇ ਨੂੰ ਸਮਝਣਾ ਪਵੇਗਾ। ਮੋਟੇ ਤੌਰ ਤੇ ਦੋ ਮੁੱਖ ਧਿਰਾਂ ਨੇ। ਇੱਕ ਪਾਸੇ ਨੇ ਜੱਟ ਸਿੱਖ ਜ਼ਿਮੀਂਦਾਰ, ਜਿਨ੍ਹਾਂ ਦਾ ਕਾਫੀ ਪ੍ਰਭਾਵ ਹੈ, ਤੇ ਦੂਜੇ ਪਾਸੇ ਇੱਕ ਬਹੁਤ ਵੱਡੀ ਦਲਿਤ ਆਬਾਦੀ ਹੈ, ਲਗਭਗ 35 ਤੋਂ 40%। ਇਹੋ ਸਮਾਜਿਕ ਤਾਣਾ-ਬਾਣਾ ਹੈ ਜਿਹੜਾ ਤੈਅ ਕਰਦਾ ਹੈ ਕਿ ਸਿਆਸਤ ਕਿਸ ਪਾਸੇ ਜਾਵੇਗੀ। ਤੇ ਜਦੋਂ ਲੋਕਾਂ ਦੀਆਂ ਸ਼ਿਕਾਇਤਾਂ ਦੀ ਗੱਲ ਆਉਂਦੀ ਹੈ ਤਾਂ ਉਹ ਬਿਲਕੁਲ ਸਾਫ਼ ਨੇ, ਕੋਈ ਲੁਕ ਛਿਪਾਣ ਨੇ। ਸਭ ਤੋਂ ਪਹਿਲਾਂ ਤਾਂ ਖੇਤੀ ਦਾ ਸੰਕਟ, ਫਸਲਾਂ ਦਾ ਸਹੀ ਭਾਅ ਨਹੀਂ ਮਿਲਦਾ, MSP ਦਾ ਫਿਕਰ, ਉੱਤੋਂ ਪਰਾਲੀ ਸਾੜਨ ਤੇ ਜੁਰਮਾਨੇ। ਫਿਰ ਗੱਲ ਆਉਂਦੀ ਹੈ ਬੁਨਿਆਦੀ ਢਾਂਚੇ ਦੀ। ਪਿੰਡਾਂ ਦੀਆਂ ਸੜਕਾਂ ਟੁੱਟੀਆਂ, ਨਾਲੀਆਂ ਦਾ ਬੁਰਾ ਹਾਲ ਤੇ ਬਿਜਲੀ ਦੇ ਕੱਟ ਤਾਂ ਆਮ ਗੱਲ ਹੈ। ਇਸ ਤੋਂ ਇਲਾਵਾ ਆਰਥਿਕ ਤੰਗੀ, ਨੌਜਵਾਨਾਂ ਲਈ ਰੁਜ਼ਗਾਰ ਨਹੀਂ, ਮਹਿੰਗਾਈ ਆਸਮਾਨੀ ਚੜੀ ਪਈ ਹੈ, ਤੇ ਉੱਪਰੋਂ ਨਸ਼ਿਆਂ ਦੀ ਮਾਰ ਤੇ ਸਰਕਾਰੀ ਸਹੂਲਤਾਂ ਦੀ ਕਮੀ। ਇਹ ਸਿਰਫ ਸਿਆਸੀ ਮੁੱਦੇ ਨਹੀਂ, ਇਹ ਲੋਕਾਂ ਦੇ ਰੋਜ਼ ਦੇ ਸੰਘਰਸ਼ ਨੇ, ਹਰ ਘਰ ਦੀ ਕਹਾਣੀ ਹੈ। ਸੋ ਜਦੋਂ ਇਹ ਸਾਰੀਆਂ ਤਕਲੀਫਾਂ ਤੇ ਉਮੀਦਾਂ ਇਕੱਠੀਆਂ ਹੁੰਦੀਆਂ ਨੇ ਤਾਂ ਉਹ ਵੋਟ ਬਣ ਕੇ ਬਾਹਰ ਆਉਂਦੀਆਂ ਨੇ। ਤੇ 2022 ਵਿੱਚ ਇਹੀ ਹੋਇਆ। ਉਹ ਨਤੀਜੇ ਸਿਰਫ ਇੱਕ ਬਦਲਾਵ ਨਹੀਂ ਸੀ, ਉਹ ਤਾਂ ਇੱਕ ਸਿਆਸੀ ਭੂਚਾਲ ਸੀ। ਚਲੋ ਹੁਣ ਅੰਕੜਿਆਂ ਦੀ ਜ਼ੁਬਾਨੀ ਇਸ ਫੈਸਲੇ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਇਹ ਅੰਕੜੇ ਦੇਖੋ, ਕਹਾਣੀ ਆਪਣੇ ਆਪ ਬਿਆਨ ਕਰ ਰਹੇ ਨੇ। 2022 ਵਿੱਚ ਆਮ ਆਦਮੀ ਪਾਰਟੀ ਨੂੰ ਮਿਲੇ 50.4% ਵੋਟ, ਦੂਜੇ ਪਾਸੇ ਕਾਂਗਰਸ ਸਿਰਫ 13.5%। ਇਹ ਕੋਈ ਮਾਮੂਲੀ ਫਰਕ ਨਹੀਂ ਹੈ, ਇਹ ਇੱਕ ਬਹੁਤ ਵੱਡਾ ਪਾੜਾ ਹੈ। ਅਸਲ ਵਿੱਚ ਇਹ ਸਿਰਫ ਇੱਕ ਪਾਰਟੀ ਦੀ ਹਾਰ ਨਹੀਂ ਸੀ, ਇਹ ਪੂਰੇ ਸਿਸਟਮ ਨੂੰ, ਪੁਰਾਣੇ ਢਾਂਚੇ ਨੂੰ ਨਕਾਰਨ ਦਾ ਇੱਕ ਸਾਫ਼ ਫਤਵਾ ਸੀ। ਜੇ ਇਸ ਵਾਰ ਚਾਰਟ ਨੂੰ ਦੇਖੀਏ ਤਾਂ ਤਸਵੀਰ ਹੋਰ ਵੀ ਸਾਫ਼ ਹੋ ਜਾਂਦੀ ਹੈ। ਆਪ ਸਭ ਤੋਂ ਉੱਪਰ ਹੈ 50.4% ਨਾਲ। ਉਹਨਾਂ ਨੇ ਸਿਰਫ ਜਿੱਤ ਹਾਸਿਲ ਨਹੀਂ ਕੀਤੀ, ਉਹਨਾਂ ਨੇ ਦੂਜੀਆਂ ਪਾਰਟੀਆਂ ਨੂੰ ਬਹੁਤ ਪਿੱਛੇ ਛੱਡ ਦਿੱਤਾ। ਅਕਾਲੀ ਦਲ 25.1% ਤੇ ਕਾਂਗਰਸ 13.5% ਤੇ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਆਪ ਨੇ ਦੋਵਾਂ ਵੱਡੀਆਂ ਰਵਾਇਤੀ ਪਾਰਟੀਆਂ ਦੇ ਵੋਟ ਬੈਂਕ ਵਿੱਚ ਵੱਡੀ ਸਨ ਲਾਈ ਤੇ ਇੱਕ ਬਿਲਕੁਲ ਨਵੀਂ ਤਾਕਤ ਬਣ ਕੇ ਉੱਭਰੀ। ਖਾਸ ਤੌਰ ਤੇ ਜੇਕਰ ਆਪਾਂ ਉਸ ਵੇਲੇ ਦੇ ਮੌਜੂਦਾ ਵਿਧਾਇਕ ਦੀ ਗੱਲ ਕਰੀਏ ਤਾਂ ਉਹਨਾਂ ਲਈ ਇਹ ਗਿਰਾਵਟ ਬਹੁਤ ਤੇਜ਼ ਸੀ। 2017 ਚ ਜਦੋਂ ਉਹ ਜਿੱਤੇ ਸੀ, ਉਹਨਾਂ ਨੂੰ 35.5% ਵੋਟ ਮਿਲੇ ਸੀ, ਪਰ ਸਿਰਫ 5 ਸਾਲਾਂ ਬਾਅਦ 2022 ਵਿੱਚ ਇਹ ਅੰਕੜਾ ਸਿੱਧਾ 13.5% ਤੇ ਆ ਡਿੱਗਿਆ। ਸੋਚੋ, ਇੱਕੋ ਚੋਣ ਵਿੱਚ 20% ਤੋਂ ਵੀ ਵੱਧ ਦੀ ਕਮੀ। ਇਹ ਵੋਟਰਾਂ ਵੱਲੋਂ ਇੱਕ ਬਹੁਤ ਹੀ ਸਾਫ਼ ਤੇ ਸਿੱਧਾ ਸੁਨੇਹਾ ਸੀ ਕਿ ਹੁਣ ਬਦਲਾਅ ਚਾਹੀਦਾ ਹੈ। ਤਾਂ ਸਵਾਲ ਉੱਠਦਾ ਹੈ ਕਿ ਆਖਰ ਇਹ ਏਡਾ ਵੱਡਾ ਬਦਲਾਅ ਆਇਆ ਕਿਉਂ? ਦੇਖੋ, ਇਸ ਦਾ ਜਵਾਬ ਕਿਸੇ ਇੱਕ ਬੰਦੇ ਨੂੰ ਦੋਸ਼ੀ ਠਹਿਰਾਉਣ ਨਾਲ ਨਹੀਂ ਮਿਲਣਾ। ਸਾਨੂੰ ਸਿਸਟਮ ਨੂੰ, ਪੂਰੇ ਢਾਂਚੇ ਨੂੰ ਸਮਝਣਾ ਪਵੇਗਾ। ਚਲੋ ਇਸ ਸਿਆਸੀ ਉਥਲ-ਪੁਥਲ ਦੇ ਪਿੱਛੇ ਦੇ ਵੱਡੇ ਕਾਰਨਾਂ ਨੂੰ ਫਰੋਲਦੇ ਹਾਂ। ਮੋਟੇ ਤੌਰ ਤੇ 4 ਵੱਡੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ। ਪਹਿਲੀ, ਆਪ ਦਾ ਉਭਾਰ। ਲੋਕ ਬਦਲਾਅ ਚਾਹੁੰਦੇ ਸੀ ਤੇ ਆਪ ਨੇ ਉਸ ਲਹਿਰ ਨੂੰ ਸਹੀ ਤਰੀਕੇ ਨਾਲ ਫੜਿਆ। ਦੂਜੀ ਗੱਲ, ਕਿਸਾਨਾਂ ਦਾ ਗੁੱਸਾ। ਖਾਸ ਕਰਕੇ ਕਿਸਾਨ ਅੰਦੋਲਨ ਤੋਂ ਬਾਅਦ ਰਿਵਾਇਤੀ ਪਾਰਟੀਆਂ ਨੂੰ ਲੈ ਕੇ ਬਹੁਤ ਨਾਰਾਜ਼ਗੀ ਸੀ। ਤੀਜਾ, ਕਾਂਗਰਸ ਦੀ ਆਪਣੀ ਅੰਦਰੂਨੀ ਖਿੱਚੋਤਾਣ, ਧੜੇਬੰਦੀ, ਜਿਸ ਦਾ ਨਤੀਜਾ ਆਪਾਂ 2024 ਵਿੱਚ ਉਮੀਦਵਾਰ ਦੇ ਪਾਰਟੀ ਚੋਂ ਕੱਢੇ ਜਾਣ ਵੇਲੇ ਦੇਖਿਆ। ਇਸ ਨੇ ਪਾਰਟੀ ਨੂੰ ਅੰਦਰੋਂ ਕਮਜ਼ੋਰ ਕਰ ਦਿੱਤਾ। ਤੇ ਚੌਥਾ ਕਾਰਨ, ਡਿਜੀਟਲ ਮੋਰਚੇ ਤੇ ਪਿੱਛੇ ਰਹਿ ਜਾਣਾ।
ਜਿੱਥੇ ਆਪ WhatsApp ਤੇ YouTube ਤੇ ਛਾਈ ਹੋਈ ਸੀ, ਕਾਂਗਰਸ ਉੱਥੇ ਬਹੁਤ ਪਿੱਛੇ ਸੀ। ਇੱਥੇ ਇੱਕ ਗੱਲ ਸਮਝਣੀ ਬਹੁਤ ਜ਼ਰੂਰੀ ਹੈ। ਕਿਸੇ ਵੀ ਸਿਆਸੀ ਗੱਲਬਾਤ ਵਿੱਚ ਵੋਟਰ ਦਾ ਮਾਣ-ਸਨਮਾਨ ਤੇ ਆਪਣੀ ਗੱਲ ਜ਼ਿੰਮੇਵਾਰੀ ਨਾਲ ਕਹਿਣਾ, ਇਹ ਸਾਡੀਆਂ ਸਭ ਤੋਂ ਵੱਡੀਆਂ ਸੰਵਿਧਾਨਕ ਕਦਰਾਂ-ਕੀਮਤਾਂ ਨੇ। ਜਦੋਂ ਆਪਾਂ ਇਹਨਾਂ ਨਤੀਜਿਆਂ ਨੂੰ ਦੇਖਦੇ ਹਾਂ ਤਾਂ ਸਾਨੂੰ ਇਹ ਯਾਦ ਰੱਖਣਾ ਪਵੇਗਾ ਕਿ ਹਰ ਇੱਕ ਵੋਟ ਇੱਕ ਆਵਾਜ਼ ਹੈ, ਇੱਕ ਇਨਸਾਨ ਦੀ ਆਵਾਜ਼, ਤੇ ਉਸ ਆਵਾਜ਼ ਦਾ ਸਨਮਾਨ ਕਰਨਾ ਸਾਡਾ ਸਭ ਤੋਂ ਪਹਿਲਾ ਫਰਜ਼ ਹੈ। ਤਾਂ ਕੀ 2022 ਦਾ ਇਹ ਨਤੀਜਾ ਇੱਕਦਮ ਅਚਾਨਕ ਆਇਆ ਜਾਂ ਫਿਰ ਇਸ ਦੇ ਪਿੱਛੇ ਕੋਈ ਪੁਰਾਣਾ ਪੈਟਰਨ ਵੀ ਕੰਮ ਕਰ ਰਿਹਾ ਸੀ? ਚਲੋ ਥੋੜਾ ਪਿੱਛੇ ਚੱਲਦੇ ਹਾਂ ਤੇ ਦੇਖਦੇ ਹਾਂ ਕਿ ਬੈਲਟ ਬਾਕਸ ਦੀਆਂ ਪੁਰਾਣੀਆਂ ਗੂੰਜਾਂ ਸਾਨੂੰ ਕੀ ਦੱਸਦੀਆਂ ਨੇ। ਇਸ ਟਾਈਮਲਾਈਨ ਤੇ ਇੱਕ ਨਜ਼ਰ ਮਾਰੋ। ਇੱਕ ਬੜਾ ਦਿਲਚਸਪ ਪੈਟਰਨ ਦਿਖਦਾ ਹੈ। 2007 ਕਾਂਗਰਸ ਜਿੱਤੀ, 2012 ਅਕਾਲੀ ਦਲ, ਫਿਰ 2017 ਵਾਪਸ ਕਾਂਗਰਸ। ਮਤਲਬ ਹਰ 5 ਸਾਲ ਬਾਅਦ ਸਰਕਾਰ ਬਦਲਣ ਦਾ ਇੱਕ ਰਿਵਾਜ ਜਿਹਾ ਬਣਿਆ ਹੋਇਆ ਸੀ। ਇੱਕ ਵਾਰ ਤੁਸੀਂ, ਇੱਕ ਵਾਰ ਅਸੀਂ। ਪਰ 2022 ਵਿੱਚ ਆਪ ਦੀ ਜਿੱਤ ਨੇ ਇਸ ਪੂਰੇ ਚੱਕਰ ਨੂੰ ਹੀ ਤੋੜ ਕੇ ਰੱਖ ਦਿੱਤਾ। ਇਹ ਇੱਕ ਬਹੁਤ ਵੱਡਾ ਸੰਕੇਤ ਸੀ ਕਿ ਵੋਟਰ ਹੁਣ ਦੋਵਾਂ ਤੋਂ ਅੱਗੇ ਇੱਕ ਤੀਜੇ ਬਦਲ ਵੱਲ ਦੇਖ ਰਿਹਾ ਸੀ। ਤੇ ਇੱਕ ਹੋਰ ਗੱਲ, ਇੱਥੇ ਵੋਟਰ ਟਰਨਆਊਟ ਯਾਨੀ ਕਿ ਵੋਟ ਪਾਉਣ ਵਾਲਿਆਂ ਦੀ ਗਿਣਤੀ ਹਮੇਸ਼ਾ 80% ਤੋਂ ਉੱਪਰ ਰਹੀ ਹੈ। ਇਸ ਦਾ ਕੀ ਮਤਲਬ ਹੈ? ਇਸ ਦਾ ਮਤਲਬ ਇਹ ਹੈ ਕਿ ਇਹ ਫੈਸਲਾ ਲੋਕਾਂ ਨੇ ਘਰੇ ਬੈਠ ਕੇ ਨਹੀਂ ਲਿਆ। ਇਹ ਇੱਕ ਬਹੁਤ ਹੀ ਜਾਗਰੂਕ, ਸਿਆਸੀ ਤੌਰ ਤੇ ਸਰਗਰਮ ਵੋਟਰ ਦਾ ਸੋਚ ਸਮਝ ਕੇ ਲਿਆ ਗਿਆ ਫੈਸਲਾ ਸੀ। ਠੀਕ ਹੈ, ਤਾਂ ਹੁਣ ਤੱਕ ਆਪਾਂ ਸਮੱਸਿਆ ਨੂੰ ਸਮਝਿਆ ਕਿ ਕੀ ਹੋਇਆ ਤੇ ਕਿਉਂ ਹੋਇਆ। ਪਰ ਹੁਣ ਗੱਲ ਕਰਦੇ ਹਾਂ ਹੱਲ ਦੀ। ਅੱਗੇ ਦਾ ਰਸਤਾ ਕੀ ਹੈ? ਰਾਜਨੀਤਿਕ ਜ਼ਮੀਨ ਨੂੰ ਦੁਬਾਰਾ ਹਾਸਿਲ ਕਰਨ ਲਈ ਇੱਕ ਠੋਸ ਬਲੂਪ੍ਰਿੰਟ ਦੀ ਲੋੜ ਹੈ। ਚਲੋ ਉਸੇ ਬਲੂਪ੍ਰਿੰਟ ਤੇ ਗੱਲ ਕਰੀਏ। ਇਸ ਬਲੂਪ੍ਰਿੰਟ ਨੂੰ ਅਸੀਂ ਚਤੁਰਮੁਖ ਸਿਧਾਂਤ ਕਹਿ ਸਕਦੇ ਹਾਂ, ਯਾਨੀ ਇੱਕ 4-ਪਾਸੜ ਰਣਨੀਤੀ। ਇਸ ਦੇ 4 ਹਿੱਸੇ ਨੇ। ਪਹਿਲਾ, ਚੋਣਾਂ ਵਾਲਾ ਚਿਹਰਾ, ਜਿੱਥੇ ਲੋਕਾਂ ਦੇ ਅਸਲ ਮੁੱਦਿਆਂ ਦੀ ਗੱਲ ਹੋਵੇ। ਦੂਜਾ, ਸੰਗਠਨ ਵਾਲਾ ਚਿਹਰਾ, ਪਾਰਟੀ ਨੂੰ ਬੂਥ ਤੋਂ ਲੈ ਕੇ ਉੱਪਰ ਤੱਕ ਮਜ਼ਬੂਤ ਕਰਨਾ। ਤੀਸਰਾ, ਬਿਰਤਾਂਤ ਯਾਨੀ ਕਹਾਣੀ ਦਾ ਚਿਹਰਾ, ਲੋਕਾਂ ਤੱਕ ਭਰੋਸੇ ਦਾ ਇੱਕ ਸਾਫ਼ ਸੁਨੇਹਾ ਪਹੁੰਚਾਉਣਾ। ਤੇ ਚੌਥਾ, ਸਰੋਤਾਂ ਵਾਲਾ ਚਿਹਰਾ, ਯਾਨੀ ਆਪਣੀ ਤਾਕਤ ਤੇ ਸਾਧਨਾਂ ਨੂੰ ਸਹੀ ਥਾਂ ਤੇ ਵਰਤਣਾ। ਪਰ ਇਹ ਸਭ ਹੋਵੇਗਾ ਕਿਵੇਂ? ਇਸ ਨੂੰ ਲਾਗੂ ਕਰਨ ਲਈ ਚੋਣਾਂ ਦੇ ਮੋਰਚੇ ਤੇ ਰੋਟੀ, ਕੱਪੜਾ, ਮਕਾਨ ਵਾਲੇ ਮੁੱਦਿਆਂ ਤੇ ਫੋਕਸ ਕਰਨਾ ਪਵੇਗਾ, ਜਿਵੇਂ ਕਿਸਾਨਾਂ ਦੇ ਕਰਜ਼ੇ, ਪੂਰੀ ਬਿਜਲੀ ਤੇ ਪਿੰਡਾਂ ਦੀਆਂ ਸੜਕਾਂ। ਸੰਗਠਨ ਦੇ ਪੱਧਰ ਤੇ ਅੰਦਰੂਨੀ ਲੜਾਈਆਂ ਖਤਮ ਕਰਨੀਆਂ ਪੈਣਗੀਆਂ, ਬੂਥ ਕਮੇਟੀਆਂ ਨੂੰ ਦੁਬਾਰਾ ਖੜਾ ਕਰਨਾ ਪਵੇਗਾ ਤੇ ਵਲੰਟੀਅਰ ਘਰ-ਘਰ ਜਾ ਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ। ਸੁਨੇਹਾ ਬਿਲਕੁਲ ਸਾਫ਼ ਤੇ ਸਿੱਧਾ ਹੋਣਾ ਚਾਹੀਦਾ ਹੈ। ਭਰੋਸਾ ਕਮਾਵਾਂਗੇ, ਕੰਮ ਕਰਕੇ ਦਿਖਾਵਾਂਗੇ। ਤੇ ਜੋ ਵੀ ਸਰੋਤ ਨੇ ਉਹਨਾਂ ਨੂੰ ਲੋਕ ਭਲਾਈ ਦੇ ਕੰਮਾਂ ਤੇ ਸਹੀ ਪ੍ਰਚਾਰ ਤੇ ਲਾਉਣਾ ਪਵੇਗਾ। ਤੇ ਆਖਿਰ ਵਿੱਚ ਸਾਨੂੰ ਇਹ ਗੱਲ ਹਮੇਸ਼ਾ ਯਾਦ ਰੱਖਣੀ ਪਵੇਗੀ ਕਿ ਰਾਜਨੀਤੀ ਸਿਰਫ ਅੰਕੜਿਆਂ, ਵੋਟਾਂ ਤੇ ਰਣਨੀਤੀਆਂ ਦੇ ਖੇਡ ਨਹੀਂ ਹੈ। ਇਸ ਦਾ ਅਸਲ ਮਕਸਦ ਹੈ ਲੋਕਾਂ ਦੀ ਸੇਵਾ ਕਰਨਾ, ਉਹਨਾਂ ਦੇ ਮਾਣ-ਸਨਮਾਨ ਦੀ ਰੱਖਿਆ ਕਰਨਾ। ਅੰਕੜੇ ਤਾਂ ਸਿਰਫ ਇੱਕ ਰਸਤਾ ਨੇ, ਅਸਲ ਮੰਜ਼ਿਲ ਤਾਂ ਲੋਕਾਂ ਦੀ ਬਿਹਤਰੀ ਹੀ ਹੈ। ਜੇ ਆਪਾਂ ਉਮੀਦਵਾਰ ਦੇ ਪ੍ਰੋਫਾਈਲ ਤੇ ਝਾਤ ਮਾਰੀਏ ਤਾਂ ਇੱਕ ਸੰਤੁਲਿਤ ਤਸਵੀਰ ਸਾਹਮਣੇ ਆਉਂਦੀ ਹੈ। ਤਾਕਤ ਕੀ ਹੈ? 2 ਵਾਰ ਦੇ MLA ਰਹਿ ਚੁੱਕੇ ਨੇ, ਮਾਲੀ ਹਾਲਤ ਮਜ਼ਬੂਤ ਹੈ ਤੇ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ। ਪਰ ਕਮਜ਼ੋਰੀਆਂ ਵੀ ਨੇ। ਲੋਕਪ੍ਰਿਯਤਾ ਘਟ ਰਹੀ ਹੈ, ਲੋਕ ਉਹਨਾਂ ਨੂੰ ਪੁਰਾਣੀ ਪੀੜ੍ਹੀ ਦਾ ਨੇਤਾ ਸਮਝਦੇ ਨੇ ਤੇ ਰਸਮੀ ਪੜ੍ਹਾਈ ਵੀ ਘੱਟ ਹੈ। ਅੱਗੇ ਦੀ ਰਣਨੀਤੀ ਬਣਾਉਣ ਵੇਲੇ ਇਹਨਾਂ ਦੋਵਾਂ ਪੱਖਾਂ ਨੂੰ ਧਿਆਨ ਵਿੱਚ ਰੱਖਣਾ ਪਵੇਗਾ। ਅਤੇ ਅੱਜ ਦੇ ਡਿਜੀਟਲ ਦੌਰ ਵਿੱਚ ਇੱਕ ਹੋਰ ਵੱਡੀ ਜ਼ਿੰਮੇਵਾਰੀ ਹੈ ਵੋਟਰ ਦੀ ਪ੍ਰਾਈਵੇਸੀ ਦਾ ਸਨਮਾਨ। ਭਾਰਤ ਦੇ ਨਵੇਂ ਡਾਟਾ ਪ੍ਰੋਟੈਕਸ਼ਨ ਕਾਨੂੰਨ ਯਾਨੀ DPDP ਦੇ ਤਹਿਤ ਇਹ ਬਹੁਤ ਸਪਸ਼ਟ ਹੈ। ਕਿਸੇ ਵੀ ਵੋਟਰ ਦਾ ਨਿੱਜੀ ਡਾਟਾ ਜਿਵੇਂ ਫੋਨ ਨੰਬਰ ਵਰਤਣ ਤੋਂ ਪਹਿਲਾਂ ਉਸ ਦੀ ਇਜਾਜ਼ਤ ਲੈਣੀ ਲਾਜ਼ਮੀ ਹੈ। ਇਹ ਸਿਰਫ ਕਾਨੂੰਨੀ ਨਹੀਂ, ਸਗੋਂ ਇੱਕ ਨੈਤਿਕ ਜ਼ਿੰਮੇਵਾਰੀ ਵੀ ਹੈ। ਤਾਂ ਫਿਰ ਇਸ ਸਾਰੀ ਗੱਲਬਾਤ ਦਾ ਨਿਚੋੜ ਕੀ ਹੈ? ਉਹ ਇਸ ਇੱਕ ਲਾਈਨ ਵਿੱਚ ਹੈ, ਡੇਟਾ ਤੋਂ ਜਿੱਤ ਤੱਕ ਦਾ ਰਸਤਾ ਭਰੋਸੇ ਦੀ ਨੀਂਹ ਤੇ ਬਣਦਾ ਹੈ। ਅਤੇ ਭਰੋਸਾ ਖੋਖਲੇ ਵਾਅਦਿਆਂ ਨਾਲ ਨਹੀਂ, ਸਗੋਂ ਲਗਾਤਾਰ ਜ਼ਮੀਨ ਤੇ ਕੀਤੇ ਗਏ ਠੋਸ ਕੰਮ ਨਾਲ ਜਿੱਤਿਆ ਜਾਂਦਾ ਹੈ। ਅਸਲ ਗੱਲ ਕੰਮ ਹੈ, ਕਿਉਂਕਿ ਕੰਮ ਹੀ ਭਰੋਸੇ ਦੀ ਅਸਲ ਨੀਂਹ ਹੈ। ਤੇ ਅਖੀਰ ਵਿੱਚ ਮੈਂ ਇੱਕ ਸਵਾਲ ਦੇ ਨਾਲ ਆਪਣੀ ਗੱਲ ਖਤਮ ਕਰਾਂਗਾ ਕਿ ਜਿਹੜਾ ਬਲੂਪ੍ਰਿੰਟ ਚੋਣ ਜਿਤਾ ਸਕਦਾ ਹੈ, ਉਹੀ ਬਲੂਪ੍ਰਿੰਟ ਇੱਕ ਲੰਬੇ ਸਮੇਂ ਤੱਕ ਚੱਲਣ ਵਾਲਾ ਲੋਕਪੱਖੀ ਸ਼ਾਸਨ ਵੀ ਦੇ ਸਕਦਾ ਹੈ। ਕਿਉਂਕਿ ਦੇਖੋ, ਜਿੱਤ ਤਾਂ ਸਿਰਫ ਇੱਕ ਪੜਾਅ ਹੈ, ਅਸਲ ਸਫ਼ਰ ਤਾਂ ਲੋਕਾਂ ਦੀ ਸੇਵਾ ਦਾ ਹੈ ਤੇ ਅਸਲ ਚੁਣੌਤੀ ਜਿੱਤ ਤੋਂ ਬਾਅਦ ਹੀ ਸ਼ੁਰੂ ਹੁੰਦੀ ਹੈ। ਜੇਕਰ ਤੁਸੀਂ ਇੱਕ ਲੋਕ ਕੇਂਦਰਿਤ ਨੇਤਾ ਬਣਨਾ ਚਾਹੁੰਦੇ ਹੋ ਅਤੇ ਆਪਣੇ ਹਲਕੇ ਨੂੰ ਉੱਚਾ ਚੁੱਕਣਾ ਚਾਹੁੰਦੇ ਹੋ ਤਾਂ blueprintstrategies.ai ਨਾਲ mgr@blueprintstrategies.ai ਤੇ ਸੰਪਰਕ ਕਰੋ ਜਾਂ 08042041602 ਤੇ ਕਾਲ ਕਰੋ। ਰਾਜਨੀਤੀ ਤੋਂ ਪਰੇ ਇੱਕ ਮਕਸਦ।